ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਇੱਕ ਵਾਰ ਇੱਕ ਵਿਅਕਤੀ ਮਹਾਤਮਾ ਬੁੱਧ ਦੇ ਆਸ਼ਰਮ ਵਿੱਚ ਰਹਿਣ ਦੇ ਲਈ ਆਉਂਦਾ ਹੈ। ਆਸ਼ਰਮ ਵਿੱਚ 2-4 ਦਿਨ ਗੁਜ਼ਾਰਨ ਤੋਂ ਬਾਅਦ ਉਹ ਮਹਾਤਮਾ ਜੀ ਦੇ ਕੋਲ ਜਾਂਦਾ ਹੈ ਤੇ ਕਹਿੰਦਾ ਹੈ ਕਿ ਬੁੱਧ, ਮੇਰੇ ਮਨ ਵਿੱਚ ਕੁਝ ਪ੍ਰਸ਼ਨ ਉੱਠ ਰਹੇ ਹਨ ਤੇ ਮੈਂ ਤੁਹਾਡੇ ਤੋਂ ਉਹਨਾਂ ਪ੍ਰਸ਼ਨਾਂ ਦੇ ਉੱਤਰ ਜਾਣਨੇ ਚਾਹੁੰਦਾ ਹਾਂ। ਬੁੱਧ ਨੇ ਮੁਸਕਰਾ ਕੇ ਕਿਹਾ ਕਿ ਪੁੱਛ, ਕੀ ਪ੍ਰਸ਼ਨ ਨੇ ਤੇਰੇ? ਤਾਂ ਵਿਅਕਤੀ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਤੋਂ ਬਿਲਕੁਲ ਵੀ ਖੁਸ਼ ਨਹੀਂ ਹਾਂ। ਦੁੱਖਾਂ ਤੇ ਮੁਸੀਬਤਾਂ ਦੇ ਪਹਾੜਾਂ ਨੇ ਮੇਰੀ ਜ਼ਿੰਦਗੀ ਨੂੰ ਨਰਕ ਬਣਾ ਰੱਖਿਆ ਹੈ। ਮੇਰੀ ਜ਼ਿੰਦਗੀ ਵਿੱਚ ਕੁਝ ਵੀ ਸਹੀ ਨਹੀਂ ਹੋ ਰਿਹਾ। ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਹਾਂ ਕਿ ਆਖਿਰ ਮੇਰੇ ਨਾਲ ਹੀ ਐਸਾ ਕਿਉਂ ਹੋ ਰਿਹਾ ਹੈ? ਮੈਂ ਹੀ ਇੰਨਾ ਬਦਕਿਸਮਤ ਕਿਉਂ ਹਾਂ? ਬੁੱਧ ਨੇ ਕਿਹਾ, ਪਹਿਲਾਂ ਤਾਂ ਤੂੰ ਮੈਨੂੰ ਇਹ ਦੱਸ ਕਿ ਤੇਰੇ ਇਹਨਾਂ ਦੁੱਖਾਂ ਦਾ ਕਾਰਨ ਕੀ ਹੈ? ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੇ ਤੈਨੂੰ ਇੰਨਾ ਵਿਆਕੁਲ ਤੇ ਚਿੰਤਤ ਕਰ ਰੱਖਿਆ ਹੈ? ਬੁੱਧ ਦੇ ਪ੍ਰਸ਼ਨ ਦੇ ਬਾਰੇ ਵਿੱਚ ਥੋੜਾ ਸੋਚਣ ਤੋਂ ਬਾਅਦ ਆਦਮੀ ਬੋਲਿਆ ਕਿ ਬੁੱਧ, ਇਹ ਕੈਸਾ ਸਵਾਲ ਹੈ? ਮੈਂ ਤੁਹਾਨੂੰ ਪ੍ਰਸ਼ਨ ਕੀਤਾ, ਤੁਸੀਂ ਉੱਤਰ ਦੇਣ ਦੀ ਬਜਾਏ ਮੈਨੂੰ ਪ੍ਰਸ਼ਨ ਕਰ ਰਹੇ ਹੋ। ਤੇ ਵਿਅਕਤੀ ਦੀ ਗੱਲ ਸੁਣ ਕੇ ਬੁੱਧ ਮੁਸਕਰਾਏ ਤੇ ਫਿਰ ਬੋਲੇ, ਦੁੱਖ ਤੇਰਾ ਹੈ ਤਾਂ ਇਸ ਦਾ ਕਾਰਨ ਵੀ ਤੈਨੂੰ ਹੀ ਪਤਾ ਹੋਵੇਗਾ ਨਾ। ਜੇਕਰ ਤੇਰੇ ਦੁੱਖ ਦਾ ਕਾਰਨ ਤੈਨੂੰ ਨਹੀਂ ਪਤਾ ਤਾਂ ਫਿਰ ਤੂੰ ਮੇਰੇ ਤੋਂ ਇਹ ਉਮੀਦ ਕਿਸ ਤਰ੍ਹਾਂ ਕਰ ਸਕਦਾ ਹੈ ਕਿ ਮੈਨੂੰ ਤੇਰੇ ਦੁੱਖ ਦਾ ਕਾਰਨ ਪਤਾ ਹੋਵੇਗਾ? ਵਿਅਕਤੀ ਨੇ ਕਿਹਾ, ਬੁੱਧ, ਪਰ ਲੋਕ ਤਾਂ ਕਹਿੰਦੇ ਹਨ ਕਿ ਤੁਸੀਂ ਭਗਵਾਨ ਹੋ, ਤੁਸੀਂ ਸਭ ਕੁਝ ਜਾਣਦੇ ਹੋ, ਤੁਸੀਂ ਲੋਕਾਂ ਦੇ ਮਨ ਪੜ੍ਹ ਲੈਂਦੇ ਹੋ, ਫਿਰ ਤੁਹਾਨੂੰ ਮੇਰੇ ਦੁੱਖ ਦਾ ਕਾਰਨ ਤਾਂ ਪਤਾ ਹੀ ਹੋਵੇਗਾ ਨਾ। ਬੁੱਧ ਥੋੜਾ ਮੁਸਕਰਾਏ ਤੇ ਫਿਰ ਗੰਭੀਰ ਹੋ ਕੇ ਬੋਲੇ ਕਿ ਇਹੀ ਤਾਂ ਤੇਰੀ ਸਭ ਤੋਂ ਵੱਡੀ ਗਲਤੀ ਹੈ। ਤੂੰ ਸੋਚ ਰਿਹਾ ਹੈ ਕਿ ਕੋਈ ਹੋਰ ਆਵੇਗਾ ਤੇ ਤੈਨੂੰ ਤੇਰੀਆਂ ਸਭ ਸਮੱਸਿਆਵਾਂ ਤੋਂ ਛੁਟਕਾਰਾ ਦਵਾ ਦੇਵੇਗਾ, ਪਰ ਐਸਾ ਕਦੇ ਵੀ ਨਹੀਂ ਹੋਣ ਵਾਲਾ। ਜੇਕਰ ਕੋਈ ਤੈਨੂੰ ਤੇਰੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਦਵਾ ਸਕਦਾ ਹੈ ਤਾਂ ਉਹ ਤੂੰ ਖੁਦ ਹੈ। ਤੈਨੂੰ ਲੱਗਦਾ ਹੈ ਕਿ ਮੈਂ ਰੂਹਾਨੀਅਤ ਨੂੰ ਪਾਲਿਆ ਹੈ ਤਾਂ ਮੈਂ ਤੇਰੀਆਂ ਸਭ ਸਮੱਸਿਆਵਾਂ ਨੂੰ ਸਮਾਪਤ ਕਰ ਸਕਦਾ ਹਾਂ? ਨਹੀਂ, ਮੈਂ ਵੀ ਤੇਰੀ ਤਰ੍ਹਾਂ ਹੀ ਹਾਂ। ਬਸ ਫਰਕ ਸਿਰਫ ਇੰਨਾ ਹੈ ਕਿ ਹੁਣ ਮੇਰੇ ਅੰਦਰ ਕੋਈ ਵੀ ਉਲਝਣ ਨਹੀਂ ਹੈ। ਸਭ ਕੁਝ ਸਪਸ਼ਟ ਹੋ ਚੁੱਕਿਆ ਹੈ ਤੇ ਜਿਸ ਦਿਨ ਤੇਰੇ ਅੰਦਰ ਦੀਆਂ ਸਭ ਉਲਝਣਾਂ ਸਮਾਪਤ ਹੋ ਜਾਣਗੀਆਂ, ਉਸ ਦਿਨ ਤੋਂ ਤੈਨੂੰ ਵੀ ਆਪਣੀਆਂ ਸਮੱਸਿਆਵਾਂ ਦੇ ਸਮਾਧਾਨ ਦੇ ਲਈ ਕਿਸੇ ਬੁੱਧ ਦੇ ਕੋਲ ਜਾਣ ਦੀ ਲੋੜ ਨਹੀਂ ਪਵੇਗੀ। ਤੇ ਫਿਰ ਬੁੱਧ ਨੇ ਉਸ ਵਿਅਕਤੀ ਨੂੰ ਪੁੱਛਿਆ ਕਿ ਕੀ ਤੂੰ ਕਦੇ ਕਿਸੇ ਫੁੱਲ ਨੂੰ ਦੇਖਿਆ ਹੈ? ਇਹ ਸੁਣ ਕੇ ਵਿਅਕਤੀ ਹੈਰਾਨ ਹੋ ਕੇ ਬੋਲਿਆ ਕਿ ਬੁੱਧ, ਫੁੱਲ ਤਾਂ ਬਹੁਤ ਹੀ ਸਧਾਰਨ ਜਿਹੀ ਚੀਜ਼ ਹੈ, ਉਸ ਨੂੰ ਤਾਂ ਸਭ ਨੇ ਦੇਖਿਆ ਹੈ। ਬੁੱਧ ਨੇ ਕਿਹਾ, ਫੁੱਲ ਰਾਤ ਦੇ ਵੇਲੇ ਇੱਕ ਕਲੀ ਹੁੰਦਾ ਹੈ, ਦਿਨ ਦੇ ਉਜਾਲੇ ਵਿੱਚ ਖਿਲ ਜਾਂਦਾ ਹੈ ਤੇ ਸ਼ਾਮ ਵੇਲੇ ਮੁਰਝਾ ਕੇ ਡਿੱਗ ਪੈਂਦਾ ਹੈ। ਪਰ ਜੇਕਰ ਫੁੱਲ ਇਸ ਗੱਲ ਦੀ ਚਿੰਤਾ ਕਰਦਾ ਰਹੇ ਕਿ ਸ਼ਾਮ ਤੱਕ ਤਾਂ ਉਸਨੇ ਮੁਰਝਾ ਕੇ ਡਿੱਗ ਹੀ ਪੈਣਾ ਹੈ ਤਾਂ ਉਹ ਕਦੇ ਵੀ ਖਿਲ ਨਹੀਂ ਪਾਵੇਗਾ। ਇਸੇ ਤਰ੍ਹਾਂ ਹੀ ਜੇਕਰ ਤੂੰ ਹਰ ਸਮੇਂ ਸਿਰਫ ਆਪਣੇ ਦੁੱਖਾਂ ਦੇ ਬਾਰੇ ਵਿੱਚ ਹੀ ਸੋਚਦਾ ਰਹੇਗਾ ਤਾਂ ਤੂੰ ਕਦੇ ਵੀ ਖੁਸ਼ ਨਹੀਂ ਹੋ ਪਾਵੇਂਗਾ। ਜੇਕਰ ਤੂੰ ਥੋੜਾ ਧਿਆਨ ਦੇ ਨਾਲ ਦੇਖੇ ਤਾਂ ਤੂੰ ਪਾਵੇਂਗਾ ਕਿ ਅਜੇ ਵੀ ਤੇਰੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹਨ ਜਿਨ੍ਹਾਂ ਦੇ ਲਈ ਤੂੰ ਹੁਣ ਵੀ ਖੁਸ਼ ਹੋ ਸਕਦਾ ਹੈ, ਜਿਨ੍ਹਾਂ ਦੇ ਬਾਰੇ ਸੋਚ ਕੇ ਤੂੰ ਹੁਣ ਵੀ ਮੁਸਕਰਾ ਸਕਦਾ ਹੈ, ਅੰਦਰ ਤੋਂ ਖੁਸ਼ ਹੋ ਸਕਦਾ ਹੈ। ਤਾਂ ਮੈਂ ਤੈਨੂੰ ਕਹਿਣਾ ਚਾਹੁੰਦਾ ਹਾਂ ਕਿ ਤੂੰ ਆਪਣੀ ਜ਼ਿੰਦਗੀ ਦੀਆਂ ਕਮੀਆਂ ਦੀ ਬਜਾਏ ਆਪਣੀ ਜ਼ਿੰਦਗੀ ਦੀਆਂ ਇਹਨਾਂ ਅਛਾਈਆਂ 'ਤੇ ਧਿਆਨ ਦੇ। ਜੇਕਰ ਤੈਨੂੰ ਆਪਣੀ ਜ਼ਿੰਦਗੀ ਵਿੱਚ ਖੁਸ਼ੀ ਚਾਹੀਦੀ ਹੈ ਤਾਂ ਤੈਨੂੰ ਇਸ ਨਿਯਮ ਦਾ ਪਾਲਣ ਕਰਨਾ ਹੀ ਪਵੇਗਾ। ਜ਼ਿੰਦਗੀ ਦੀਆਂ ਚੰਗੀਆਂ ਅਤੇ ਸਕਾਰਾਤਮਕ ਚੀਜ਼ਾਂ ਦੇ ਵੱਲ ਧਿਆਨ ਦੇਣਾ ਹੀ ਪਵੇਗਾ। ਮੈਂ ਸਿਰਫ ਤੈਨੂੰ ਰਸਤਾ ਦਿਖਾ ਸਕਦਾ ਹਾਂ, ਉਸ ਰਸਤੇ ਉੱਤੇ ਚੱਲਣ ਦਾ ਤਰੀਕਾ ਦੱਸ ਸਕਦਾ ਹਾਂ, ਪਰ ਜੇਕਰ ਤੂੰ ਖੁਸ਼ ਰਹਿਣਾ ਹੈ ਤਾਂ ਉਸ ਰਸਤੇ ਉੱਤੇ ਚੱਲਣਾ ਤੈਨੂੰ ਹੀ ਪਵੇਗਾ। ਬੁੱਧ ਦੇ ਕੋਲੋਂ ਇਹ ਗੱਲਾਂ ਸੁਣਨ ਤੋਂ ਬਾਅਦ ਉਹ ਵਿਅਕਤੀ ਥੋੜਾ ਚਿਰ ਸ਼ਾਂਤ ਬੈਠਾ ਰਿਹਾ ਤੇ ਫਿਰ ਬੋਲਿਆ ਕਿ ਬੁੱਧ, ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਮੇਰੀ ਜ਼ਿੰਦਗੀ ਦੀਆਂ ਸਭ ਸਮੱਸਿਆਵਾਂ ਦਾ ਸਮਾਧਾਨ ਇੱਕ ਹੀ ਵਾਰ ਵਿੱਚ ਕੀਤਾ ਜਾ ਸਕਦਾ ਹੈ? ਤਾਂ ਬੁੱਧ ਨੇ ਕਿਹਾ ਕਿ ਮੰਨ ਲੈ ਤੈਨੂੰ ਕੋਈ ਭਵਿੱਖ ਵੇਖਣ ਵਾਲਾ ਬੰਦਾ ਇਹ ਦੱਸ ਦਿੰਦਾ ਹੈ ਕਿ ਅੱਜ ਸ਼ਾਮ ਤੱਕ ਤੇਰੀ ਮੌਤ ਹੋ ਜਾਵੇਗੀ। ਕੀ ਤੂੰ ਇਹ ਜਾਣਨ ਤੋਂ ਬਾਅਦ ਉਹਨਾਂ ਗੱਲਾਂ ਦੀ ਚਿੰਤਾ ਕਰੇਂਗਾ ਜਿਨ੍ਹਾਂ ਦੇ ਬਾਰੇ ਸੋਚ ਕੇ ਤੂੰ ਹੁਣ ਚਿੰਤਤ ਹੋ ਰਿਹਾ ਹੈ? ਨਹੀਂ, ਤੈਨੂੰ ਕੋਈ ਐਸੀ ਸਮੱਸਿਆ ਯਾਦ ਵੀ ਨਹੀਂ ਆਵੇਗੀ ਜਿਸ ਦੇ ਬਾਰੇ ਸੋਚ ਕੇ ਤੂੰ ਹੁਣ ਚਿੰਤਤ ਹੋ ਰਿਹਾ ਹੈ, ਕਿਉਂਕਿ ਉਸ ਸਮੇਂ ਤੂੰ ਸਿਰਫ ਜ਼ਿੰਦਗੀ ਦੀ ਉਸ ਸੱਚਾਈ ਦੇ ਬਾਰੇ ਸੋਚ ਰਿਹਾ ਹੋਵੇਗਾ ਜਿਸ ਨੂੰ ਲੋਕ ਮੌਤ ਕਹਿੰਦੇ ਹਨ। ਤੇ ਅਚਾਨਕ ਤੈਨੂੰ ਮਹਿਸੂਸ ਹੋਵੇਗਾ ਜਿਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਤੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਸਮੱਸਿਆ ਸਮਝ ਬੈਠਾ ਸੀ, ਉਹ ਤਾਂ ਕੁਝ ਵੀ ਨਹੀਂ। ਅਚਾਨਕ ਤੈਨੂੰ ਲੱਗੇਗਾ ਕਿ ਚਿੰਤਾ ਕਰਨਾ ਤਾਂ ਵਿਅਰਥ ਹੈ, ਮੈਂ ਤਾਂ ਸ਼ਾਮ ਤੱਕ ਇਸ ਦੁਨੀਆ ਨੂੰ ਛੱਡ ਕੇ ਚਲਾ ਜਾਣਾ ਹੈ। ਤੇ ਫਿਰ ਤੈਨੂੰ ਆਪਣੀ ਜ਼ਿੰਦਗੀ ਦੇ ਉਹ ਸਾਰੇ ਪਲ ਵਿਅਰਥ ਲੱਗਣਗੇ ਜੋ ਤੂੰ ਚਿੰਤਾ, ਜਲਨ ਤੇ ਬੇਵਜ੍ਹਾ ਦੁੱਖ ਵਿੱਚ ਬਿਤਾਏ ਸੀ। ਲੋਕ ਕਹਿੰਦੇ ਤਾਂ ਨੇ, ਪਰ ਉਹ ਅੰਦਰ ਤੋਂ ਕਦੇ ਵੀ ਇਹ ਸਵੀਕਾਰ ਨਹੀਂ ਕਰਦੇ ਕਿ ਉਹਨਾਂ ਨੇ ਵੀ ਇੱਕ ਦਿਨ ਮਰ ਜਾਣਾ ਹੈ, ਇਸ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਹੈ, ਕਿਉਂਕਿ ਉਹਨਾਂ ਦੀਆਂ ਚਾਹਤਾਂ, ਉਹਨਾਂ ਦੀਆਂ ਇੱਛਾਵਾਂ ਇੰਨੀਆਂ ਜ਼ਿਆਦਾ ਮਜ਼ਬੂਤ ਹੁੰਦੀਆਂ ਹਨ ਕਿ ਉਹ ਖੁਦ ਨੂੰ ਅਮਰ ਸਮਝ ਲੈਂਦੇ ਹਨ। ਖੁਸ਼ੀ ਤੇ ਦੁੱਖ ਦੋਵੇਂ ਹੀ ਸਥਾਈ ਨਹੀਂ ਹਨ, ਇਹ ਸਾਡੇ ਕਰਮਾਂ ਤੇ ਵਿਚਾਰਾਂ ਦੇ ਕਾਰਨ ਪੈਦਾ ਹੁੰਦੇ ਹਨ। ਆਦਮੀ ਜੋ ਬੁੱਧ ਦੀਆਂ ਗੱਲਾਂ ਨੂੰ ਬੜੇ ਹੀ ਧਿਆਨ ਦੇ ਨਾਲ ਸੁਣ ਰਿਹਾ ਸੀ, ਉਸਨੇ ਵਿੱਚੋਂ ਟੋਕਦੇ ਹੋਏ ਕਿਹਾ, ਬੁੱਧ, ਕੀ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਹਮੇਸ਼ਾ ਇਹ ਸੋਚਦਾ ਰਹਾਂ ਕਿ ਮੈਂ ਮਰਨ ਵਾਲਾ ਹਾਂ? ਕੀ ਐਸਾ ਸੋਚਣ ਦੇ ਨਾਲ ਮੇਰੀਆਂ ਸਭ ਸਮੱਸਿਆਵਾਂ ਖਤਮ ਹੋ ਜਾਣਗੀਆਂ? ਬੁੱਧ ਨੇ ਕਿਹਾ ਕਿ ਨਹੀਂ, ਐਸਾ ਕਦੇ ਨਾ ਸੋਚ। ਬਸ ਤੂੰ ਇਹ ਸਵੀਕਾਰ ਕਰ ਲੈ
ਕਿ ਤੂੰ ਇਸ ਦੁਨੀਆ ਦੇ ਵਿੱਚ ਸਦਾ ਨਹੀਂ ਰਹਿਣਾ ਤੇ ਜਦੋਂ ਤੱਕ ਤੂੰ ਇਸ ਦੁਨੀਆ ਵਿੱਚ ਹੈ ਉਦੋਂ ਤੱਕ ਤੂੰ ਇੱਕ ਵਧੀਆ ਖੁਸ਼ਨੁਮਾ ਜ਼ਿੰਦਗੀ ਜਿਉਣੀ ਹੈ ਤੇ ਜੋ ਚੰਗੀਆਂ ਚੀਜ਼ਾਂ ਤੇਰੇ ਨਾਲ ਹੋ ਰਹੀਆਂ ਹਨ ਉਹਨਾਂ ਦੇ ਨਾਲ ਜ਼ਿੰਦਗੀ ਜੀ। ਉਹ ਤੈਨੂੰ ਅੰਦਰ ਤੋਂ ਖੁਸ਼ੀ ਦੇਣਗੀਆਂ, ਸ਼ਾਂਤੀ ਦੇਣਗੀਆਂ। ਤੂੰ ਆਪਣੇ ਦਿਮਾਗ ਨੂੰ ਹੌਲੀ-ਹੌਲੀ ਸਹੀ ਕਰ। ਹੌਲੀ-ਹੌਲੀ ਤੇਰੇ ਅੰਦਰ ਤੋਂ ਸਭ ਉਲਝਣਾਂ ਸਮਾਪਤ ਹੋ ਜਾਣਗੀਆਂ। ਇਨਸਾਨ ਦੀ ਜ਼ਿੰਦਗੀ ਵਿੱਚ ਜ਼ਿਆਦਾਤਰ ਦੁੱਖ ਤੇ ਸਮੱਸਿਆਵਾਂ ਉਸ ਦੀਆਂ ਇੱਛਾਵਾਂ ਦੇ ਕਾਰਨ ਪੈਦਾ ਹੁੰਦੇ ਹਨ। ਇਸ ਲਈ ਆਪਣੇ ਮਨ ਨੂੰ ਕੰਟਰੋਲ ਵਿੱਚ ਰੱਖੋ। ਜੇਕਰ ਤੂੰ ਆਪਣੇ ਦਿਮਾਗ ਨੂੰ ਇੱਕ ਬੱਚੇ ਦੇ ਦਿਮਾਗ ਵਾਂਗੂ ਸੁਲਝਾ ਕੇ ਰੱਖ ਸਕਦਾ ਹੈ ਤਾਂ ਤੈਨੂੰ ਆਤਮਿਕ ਸ਼ਾਂਤੀ ਦਾ ਅਨੁਭਵ ਜ਼ਰੂਰ ਹੋਵੇਗਾ। ਵਿਅਕਤੀ ਨੇ ਕਿਹਾ ਕਿ ਬੁੱਧ, ਤੁਸੀਂ ਮਨ ਨੂੰ ਕੰਟਰੋਲ ਕਰਨ ਦੀ ਗੱਲ ਕੀਤੀ, ਅਸੀਂ ਆਪਣੇ ਇਸ ਚੰਚਲ ਮਨ ਨੂੰ ਕੰਟਰੋਲ ਕਿਵੇਂ ਕਰ ਸਕਦੇ ਹਾਂ? ਤਾਂ ਬੁੱਧ ਨੇ ਕਿਹਾ ਕਿ ਪਹਿਲਾਂ ਤੈਨੂੰ ਖੁਸ਼ੀ ਤੇ ਦੁੱਖ ਦੇ ਅੰਤਰ ਨੂੰ ਸਮਝਣਾ ਜ਼ਰੂਰੀ ਹੈ। ਤੈਨੂੰ ਪਹਿਲਾਂ ਇਹ ਜਾਣਨਾ ਹੋਵੇਗਾ ਕਿ ਤੇਰੇ ਲਈ ਖੁਸ਼ੀ ਤੇ ਦੁੱਖ ਦਾ ਕੀ ਮਤਲਬ ਹੈ ਤੇ ਫਿਰ ਉਸ ਦੇ ਬਾਅਦ ਅਭਿਆਸ ਦੇ ਦੁਆਰਾ ਤੂੰ ਆਪਣੇ ਮਨ ਨੂੰ ਇਸ ਤਰ੍ਹਾਂ ਤਿਆਰ ਕਰਨਾ ਹੈ ਕਿ ਜ਼ਿਆਦਾ ਖੁਸ਼ੀ ਦੇ ਮੌਕੇ 'ਤੇ ਇਹ ਨਾ ਤਾਂ ਜ਼ਿਆਦਾ ਖੁਸ਼ ਹੋਵੇ ਤੇ ਨਾ ਦੁੱਖ ਆਉਣ 'ਤੇ ਇਹ ਬਹੁਤ ਜ਼ਿਆਦਾ ਦੁਖੀ ਹੋਵੇ। ਤੂੰ ਆਪਣੇ ਆਪ ਨੂੰ ਪੂਰੇ ਦ੍ਰਿੜ ਵਿਸ਼ਵਾਸ ਦੇ ਨਾਲ ਦੁੱਖ ਤੇ ਸੁੱਖ ਵਿੱਚ ਸਮਾਨ ਰੱਖ ਸਕਦਾ ਹੈ, ਜਿਸ ਨੂੰ ਅਸੀਂ ਆਂਤਰਿਕ ਮਾਰਗ ਵੀ ਕਹਿੰਦੇ ਹਾਂ। ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਗਹਿਰਾਈ ਦੇ ਨਾਲ ਦੇਖੋ ਤੇ ਪਤਾ ਕਰਨ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਦੁੱਖ ਕੀ ਹਨ, ਇਹ ਕਿਉਂ ਪੈਦਾ ਹੁੰਦੇ ਹਨ, ਤਾਂ ਅੰਤ ਵਿੱਚ ਤੁਹਾਨੂੰ ਇੱਕ ਹੀ ਜਵਾਬ ਮਿਲੇਗਾ ਕਿ ਤੁਹਾਡੇ ਸਾਰੇ ਦੁੱਖਾਂ ਦਾ ਕਾਰਨ ਤੁਸੀਂ ਖੁਦ ਹੋ। ਤੁਹਾਡੀਆਂ ਇੱਛਾਵਾਂ ਹਨ, ਤੁਹਾਡੀ ਚਾਹਤ ਹੈ ਤੇ ਤੁਹਾਡਾ ਲਗਾਓ ਹੀ ਤੁਹਾਡੇ ਸਾਰੇ ਦੁੱਖਾਂ ਦਾ ਕਾਰਨ ਹੈ, ਕਿਉਂਕਿ ਮਨ ਹੀ ਹੈ ਜੋ ਤੁਹਾਡੇ ਅੰਦਰ ਚਾਹਤ ਪੈਦਾ ਕਰਦਾ ਹੈ, ਇੱਛਾਵਾਂ ਪੈਦਾ ਕਰਦਾ ਹੈ, ਲਗਾਓ ਪੈਦਾ ਕਰਦਾ ਹੈ। ਜੇਕਰ ਤੁਸੀਂ ਆਪਣੇ ਮਨ ਉੱਤੇ ਕੰਟਰੋਲ ਕਰ ਲੈਂਦੇ ਹੋ, ਮਨ ਨੂੰ ਕਾਬੂ ਕਰ ਲੈਂਦੇ ਹੋ, ਤਾਂ ਤੁਹਾਡੇ ਸਾਰੇ ਦੁੱਖ ਖਤਮ ਹੋ ਜਾਣਗੇ। ਮਹਾਤਮਾ ਜੀ ਨੇ ਵਿਅਕਤੀ ਨੂੰ ਅੱਗੇ ਕਿਹਾ ਕਿ ਜੇਕਰ ਤੂੰ ਇੱਕ ਛੋਟਾ ਜਿਹਾ ਕੰਮ ਹੋਰ ਕਰੇ ਤਾਂ ਤੂੰ ਦੇਖੇਗਾ ਕਿ ਤੇਰੇ ਜੀਵਨ ਦੇ ਸਾਰੇ ਦੁੱਖ ਹਮੇਸ਼ਾ ਦੇ ਲਈ ਖਤਮ ਹੋ ਜਾਣਗੇ। ਬੁੱਧ ਦੇ ਮੂੰਹੋਂ ਇਹ ਗੱਲ ਸੁਣਨ ਤੋਂ ਬਾਅਦ ਵਿਅਕਤੀ ਉਤਸ਼ਾਹਿਤ ਹੋ ਗਿਆ ਤੇ ਕਹਿਣ ਲੱਗਾ ਕਿ ਬੁੱਧ, ਇਸ ਦੇ ਲਈ ਮੈਨੂੰ ਕੀ ਕਰਨਾ ਹੋਵੇਗਾ? ਤਾਂ ਬੁੱਧ ਨੇ ਕਿਹਾ ਕਿ ਅਗਲੇ 2 ਦਿਨਾਂ ਤੱਕ ਤੂੰ ਕਿਸੇ ਦੇ ਨਾਲ ਕੋਈ ਵੀ ਗੱਲ ਨਹੀਂ ਕਰੇਗਾ। ਤੂੰ 2 ਪੇਪਰ ਲੈ ਕੇ ਆਸ਼ਰਮ ਦੀ ਇਕਾਂਤ ਜਗ੍ਹਾ ਵਿੱਚ ਬੈਠ ਜਾਵੇਂਗਾ ਤੇ ਉੱਥੇ ਬੈਠ ਕੇ ਤੂੰ ਸੋਚਣਾ ਹੈ। ਪਹਿਲੇ ਪੇਪਰ ਉੱਤੇ ਤੂੰ ਸਾਰੇ ਦੁੱਖਾਂ ਦੇ ਬਾਰੇ ਲਿਖਣਾ ਹੈ ਜੋ ਤੈਨੂੰ ਹੁਣ ਪਰੇਸ਼ਾਨ ਕਰ ਰਹੇ ਹਨ ਤੇ ਨਾਲ ਹੀ ਤੂੰ ਉਹਨਾਂ ਸਾਰੇ ਦੁੱਖਾਂ ਦਾ ਕਾਰਨ ਵੀ ਲਿਖਣਾ ਹੈ। ਤੇ ਦੂਜੇ ਪੇਪਰ ਉੱਤੇ ਤੂੰ ਉਹਨਾਂ ਸਾਰੀਆਂ ਖੁਸ਼ੀਆਂ ਦੇ ਬਾਰੇ ਲਿਖਣਾ ਹੈ ਜੋ ਤੇਰੀ ਜ਼ਿੰਦਗੀ ਵਿੱਚ ਹੁਣ ਵੀ ਹਨ ਤੇ ਨਾਲ ਹੀ ਤੂੰ ਉਹਨਾਂ ਦੇ ਕਾਰਨ ਵੀ ਲਿਖਣੇ ਹਨ ਕਿ ਤੈਨੂੰ ਉਹ ਖੁਸ਼ੀ ਕਿਉਂ ਮਿਲੀ ਹੈ। ਜਲਦਬਾਜ਼ੀ ਕਰਨ ਦੀ ਕੋਈ ਜ਼ਰੂਰਤ ਨਹੀਂ, ਤੇਰੇ ਕੋਲ ਕਾਫੀ ਸਮਾਂ ਹੈ, ਤੂੰ ਆਰਾਮ ਦੇ ਨਾਲ ਸੋਚ ਸਕਦਾ ਹੈ। ਜਾ ਕੇ ਆਰਾਮ ਦੇ ਨਾਲ ਬੈਠ ਕੇ ਸੋਚ ਤੇ ਫਿਰ ਲਿਖ। ਵਿਅਕਤੀ ਨੇ ਬੁੱਧ ਨੂੰ ਪ੍ਰਣਾਮ ਕੀਤਾ ਤੇ ਜਾ ਕੇ ਇਕਾਂਤ ਵਿੱਚ ਬੈਠ ਗਿਆ ਤੇ 2 ਦਿਨਾਂ ਦੇ ਬਾਅਦ ਉਹ ਬੁੱਧ ਦੇ ਕੋਲ ਵਾਪਸ ਆਇਆ। ਉਸ ਦੇ ਹੱਥਾਂ ਵਿੱਚ ਕਾਫੀ ਸਾਰੇ ਪਰਚੇ ਸਨ। ਬੁੱਧ ਨੇ ਉਸ ਨੂੰ ਦੇਖ ਕੇ ਕਿਹਾ ਕਿ ਸਭ ਤੋਂ ਪਹਿਲਾਂ ਤੂੰ ਮੈਨੂੰ ਆਪਣੇ ਦੁੱਖਾਂ ਵਾਲੇ ਕਾਗਜ਼ ਪੜ੍ਹ ਕੇ ਸੁਣਾ। ਵਿਅਕਤੀ ਨੇ ਪੇਪਰ ਪੜ੍ਹਨਾ ਸ਼ੁਰੂ ਕੀਤਾ। ਪਹਿਲਾ, ਮੇਰੇ ਪਰਿਵਾਰ ਵਿੱਚ ਮੇਰੇ ਸਾਰੇ ਭਰਾ ਅਮੀਰ ਹਨ ਪਰ ਮੈਂ ਗਰੀਬ ਹਾਂ ਤੇ ਕਰਜ਼ਦਾਰ ਹਾਂ, ਕਿਉਂਕਿ ਮੈਂ ਕੰਮ ਕਰਨ ਤੋਂ ਡਰਦਾ ਹਾਂ। ਮੈਂ ਕੰਮ ਤੋਂ ਜ਼ਿਆਦਾ ਆਰਾਮ ਕਰਦਾ ਹਾਂ ਤੇ ਨਾਲ ਹੀ ਮੈਂ ਖੁਦ ਦੀ ਦੂਜਿਆਂ ਦੇ ਨਾਲ ਤੁਲਨਾ ਵੀ ਕਰਦਾ ਰਹਿੰਦਾ ਹਾਂ। ਵਿਅਕਤੀ ਨੇ ਅੱਗੇ ਪੜ੍ਹਨਾ ਸ਼ੁਰੂ ਕੀਤਾ। ਮੇਰੇ ਗੁਆਂਢੀਆਂ ਨੇ ਬਹੁਤ ਸਾਰਾ ਪੈਸਾ ਬੱਚਤ ਦੇ ਰੂਪ ਵਿੱਚ ਜਮ੍ਹਾਂ ਕਰ ਰੱਖਿਆ ਹੈ ਪਰ ਮੇਰੇ ਕੋਲ ਬੱਚਤ ਦੇ ਨਾਮ ਉੱਤੇ ਕੁਝ ਵੀ ਨਹੀਂ ਹੈ। ਇਸ ਦਾ ਪਹਿਲਾ ਕਾਰਨ ਇਹ ਹੈ ਕਿ ਮੈਂ ਬਹੁਤ ਘੱਟ ਕੰਮ ਕਰਦਾ ਹਾਂ, ਜਿਸ ਦੇ ਕਾਰਨ ਮੈਂ ਬਹੁਤ ਥੋੜ੍ਹਾ ਕਮਾ ਪਾਉਂਦਾ ਹਾਂ ਪਰ ਮੈਂ ਖਰਚ ਬਹੁਤ ਜ਼ਿਆਦਾ ਕਰਦਾ ਹਾਂ ਤੇ ਆਪਣੀ ਗਲਤ ਸੰਗਤ ਦੇ ਕਾਰਨ ਅੱਜ ਮੇਰੇ ਕੋਲ ਬੱਚਤ ਦੇ ਰੂਪ ਵਿੱਚ ਕੁਝ ਵੀ ਨਹੀਂ ਹੈ। ਤੀਜਾ, ਮੇਰੀ ਪਤਨੀ ਬਹੁਤ ਲੰਬੇ ਸਮੇਂ ਤੋਂ ਬਿਮਾਰ ਹੈ। ਉਸ ਦੀ ਬਿਮਾਰੀ ਦਾ ਕਾਰਨ ਵੀ ਮੈਂ ਹੀ ਹਾਂ, ਕਿਉਂਕਿ ਆਪਣੀ ਲਾਪਰਵਾਹੀ ਦੇ ਕਾਰਨ ਮੈਂ ਉਸ ਨੂੰ ਕਦੇ ਵੀ ਕਿਸੇ ਚੰਗੇ ਵੈਦ ਕੋਲ ਨਹੀਂ ਲੈ ਕੇ ਗਿਆ। ਮੈਂ ਉਸ ਨੂੰ ਕਿਸਮਤ ਦੇ ਭਰੋਸੇ ਛੱਡ ਦਿੱਤਾ। ਪਰ ਅਸਲ ਵਿੱਚ ਸੱਚਾਈ ਇਹ ਹੈ ਕਿ ਕਿਤੇ ਨਾ ਕਿਤੇ ਮੈਂ ਇਹ ਸੋਚਦਾ ਸੀ ਕਿ ਜੇਕਰ ਮੇਰੀ ਪਤਨੀ ਬਿਮਾਰੀ ਦੇ ਕਾਰਨ ਮਰ ਜਾਂਦੀ ਹੈ ਤਾਂ ਮੈਂ ਕਿਸੇ ਸੁੰਦਰ ਲੜਕੀ ਦੇ ਨਾਲ ਵਿਆਹ ਕਰ ਲਵਾਂਗਾ। ਚੌਥਾ, ਮੈਂ ਆਪਣੇ ਮਨ ਵਿੱਚ ਮੁਫਤ ਦਾ ਧਨ ਪਾਉਣ ਦੇ ਬਹੁਤ ਸਾਰੇ ਖਿਆਲੀ ਪਲਾਓ ਤੇ ਯੋਜਨਾਵਾਂ ਬਣਾਉਂਦਾ ਰਹਿੰਦਾ ਹਾਂ, ਪਰ ਜਦੋਂ ਉਹ ਯੋਜਨਾਵਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਮੈਂ ਦੁੱਖ ਤੇ ਚਿੰਤਾਵਾਂ ਦੇ ਸਾਗਰ ਵਿੱਚ ਡੁੱਬ ਜਾਂਦਾ ਹਾਂ ਤੇ ਫਿਰ ਮੈਂ ਆਪਣੇ ਦੁੱਖ ਨੂੰ ਭੁਲਾਉਣ ਦੇ ਲਈ ਰੋਜ਼ਾਨਾ ਸ਼ਰਾਬ ਪੀਂਦਾ ਹਾਂ, ਸਿਗਰਟਾਂ ਪੀਂਦਾ ਹਾਂ। ਆਪਣੀ ਇਸ ਆਦਤ ਦਾ ਜ਼ਿੰਮੇਵਾਰ ਵੀ ਮੈਂ ਖੁਦ ਹੀ ਹਾਂ। ਹਾਲਾਂਕਿ ਮੈਂ ਜਾਣਦਾ ਹਾਂ ਕਿ ਮੇਰੇ ਕੋਲ ਰੋਜ਼ਾਨਾ ਸ਼ਰਾਬ ਪੀਣ ਦੇ ਲਈ ਪੈਸੇ ਨਹੀਂ ਹਨ, ਪਰ ਮੈਂ ਫਿਰ ਵੀ ਐਸਾ ਕਰਦਾ ਹਾਂ। ਹਾਲਾਂਕਿ ਸ਼ਰਾਬ ਤੋਂ ਬਿਨਾਂ ਮੈਂ ਆਪਣਾ ਦਿਨ ਖੁਸ਼ੀ-ਖੁਸ਼ੀ ਗੁਜ਼ਾਰ ਸਕਦਾ ਹਾਂ, ਪਰ ਫਿਰ ਵੀ ਮੈਂ ਐਸਾ ਕਰਦਾ ਹਾਂ। ਬੁੱਧ, ਇਹੀ ਮੇਰੇ ਸਭ ਤੋਂ ਵੱਡੇ 4 ਦੁੱਖ ਹਨ। ਬਹੁਤ ਗਹਿਰਾਈ ਦੇ ਨਾਲ ਸੋਚਣ ਤੋਂ ਬਾਅਦ ਮੈਂ ਪਾਇਆ ਕਿ ਕਿਤੇ ਨਾ ਕਿਤੇ ਆਪਣੇ ਚਾਰੇ ਦੁੱਖਾਂ ਦਾ ਕਾਰਨ ਮੈਂ ਖੁਦ ਹੀ ਹਾਂ, ਮੇਰੇ ਵਿਚਾਰ ਹੀ ਹਨ। ਇਹ ਸੁਣਨ ਤੋਂ ਬਾਅਦ ਬੁੱਧ ਮੁਸਕਰਾਏ ਤੇ ਫਿਰ ਬੋਲੇ ਕਿ ਅੱਛਾ, ਹੁਣ ਤੂੰ ਮੈਨੂੰ ਆਪਣੇ ਖੁਸ਼ੀ ਵਾਲੇ ਕਾਗਜ਼ ਪੜ੍ਹ ਕੇ ਸੁਣਾ। ਇਸ ਵਾਰ ਵਿਅਕਤੀ ਨੇ ਬਹੁਤ ਹੀ ਉਤਸ਼ਾਹਿਤ ਹੋ ਕੇ ਪੜ੍ਹਨਾ ਸ਼ੁਰੂ ਕੀਤਾ। ਪਿਛਲੇ 2 ਦਿਨਾਂ ਦੇ ਦੌਰਾਨ ਜੋ ਮੈਂ ਜਾਣਿਆ ਹੈ, ਜੋ ਮੈਂ ਅਨੁਭਵ ਕੀਤਾ ਹੈ, ਉਹ ਮੈਂ ਆਪਣੀ ਹੁਣ ਤੱਕ ਦੀ ਜ਼ਿੰਦਗੀ ਵਿੱਚ ਕਦੇ ਵੀ ਅਨੁਭਵ ਨਹੀਂ ਕੀਤਾ। ਪਿਛਲੇ 2 ਦਿਨਾਂ ਦੇ ਦੌਰਾਨ ਮੈਂ ਇਹ ਮਹਿਸੂਸ ਕੀਤਾ ਕਿ ਮੇਰੇ ਅੰਦਰ ਅਸੀਮ ਸ਼ਾਂਤੀ ਹੈ, ਆਨੰਦ ਦਾ ਸਾਗਰ ਭਰਿਆ ਹੋਇਆ ਹੈ। ਮੈਂ ਆਪਣੇ ਵਿੱਚ ਇਸ ਅਨੁਭਵ ਨੂੰ ਪਾ ਕੇ ਬਹੁਤ ਪ੍ਰਸੰਨ ਹਾਂ।
ਮੇਰੀ ਖੁਸ਼ੀ ਦੇ ਕਾਰਨਾਂ ਦੀ ਸੂਚੀ ਬਹੁਤ ਲੰਬੀ ਹੈ, ਜਿਸ ਨੂੰ ਪੜ੍ਹ ਕੇ ਸੁਣਾਉਣ ਵਿੱਚ ਕਾਫੀ ਲੰਬਾ ਸਮਾਂ ਲੱਗ ਜਾਵੇਗਾ। ਵਿਅਕਤੀ ਦੇ ਮੂੰਹੋਂ ਐਸੀਆਂ ਗੱਲਾਂ ਸੁਣਨ ਤੋਂ ਬਾਅਦ ਬੁੱਧ ਮੁਸਕਰਾਏ ਤੇ ਫਿਰ ਬੋਲੇ ਕਿ ਸਿਰਫ ਤੇਰੇ ਲਈ ਹੀ ਨਹੀਂ ਬਲਕਿ ਸਭ ਦੇ ਲਈ ਹੀ ਕਾਰਨ ਇੱਕ ਸਮਾਨ ਹੀ ਹੁੰਦੇ ਹਨ, ਪਰ ਜ਼ਿਆਦਾਤਰ ਇਨਸਾਨ ਆਪਣੀ ਅਗਿਆਨਤਾ ਦੇ ਵੱਸ ਪੈ ਕੇ ਆਪਣਾ ਬਹੁਤ ਸਾਰਾ ਸਮਾਂ ਆਪਣੇ ਦੁੱਖਾਂ ਦੇ ਕਾਰਨਾਂ ਨੂੰ ਪਤਾ ਕਰਨ ਵਿੱਚ ਖਰਾਬ ਕਰ ਦਿੰਦੇ ਹਨ। ਇੱਥੋਂ ਤੱਕ ਕਿ ਸਾਡਾ ਜੀਵਨ ਤਾਂ ਖੁਸ਼ੀ, ਸ਼ਾਂਤੀ ਤੇ ਆਨੰਦ ਨੂੰ ਇਕੱਠਾ ਕਰਨ ਦੀ ਇੱਕ ਤਿਜੋਰੀ ਹੈ। ਬੁੱਧ ਨੇ ਵਿਅਕਤੀ ਨੂੰ ਕਿਹਾ ਕਿ ਤੈਨੂੰ ਆਪਣੀ ਖੁਸ਼ੀ ਦੇ ਸਾਰੇ ਕਾਰਨਾਂ ਦੇ ਬਾਰੇ ਦੱਸਣ ਦੀ ਜ਼ਰੂਰਤ ਨਹੀਂ ਹੈ, ਤੂੰ ਸਿਰਫ ਮੈਨੂੰ ਉਹਨਾਂ ਵਿੱਚੋਂ ਕੁਝ ਕੁ ਕਾਰਨ ਪੜ੍ਹ ਕੇ ਸੁਣਾ ਸਕਦਾ ਹੈ। ਵਿਅਕਤੀ ਨੇ ਖੁਸ਼ ਹੋ ਕੇ ਪੜ੍ਹਨਾ ਸ਼ੁਰੂ ਕੀਤਾ। ਪਹਿਲੀ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਅਜੇ ਤੱਕ ਜੀਵਤ ਹਾਂ, ਇਸ ਦੁਨੀਆ ਵਿੱਚ ਜੀ ਰਿਹਾ ਹਾਂ ਤੇ ਮੈਨੂੰ ਤੰਦਰੁਸਤ ਤੇ ਮਜ਼ਬੂਤ ਸਰੀਰ ਮਿਲਿਆ ਹੈ। ਮੇਰੇ ਮਾਤਾ ਪਿਤਾ ਹਨ, ਮੇਰੀ ਪਤਨੀ ਹੈ, 2 ਬੱਚੇ ਹਨ। ਇਸ ਦੁਨੀਆ ਦੇ ਦੂਜੇ ਖੁਸ਼ਨਸੀਬ ਵਿਅਕਤੀਆਂ ਦੀ ਤਰ੍ਹਾਂ ਮੇਰੇ ਕੋਲ ਵੀ ਬਹੁਤ ਕੁਝ ਹੈ। ਬਹੁਤ ਸਾਰੇ ਅਨਮੋਲ ਖਜ਼ਾਨੇ ਹਨ, ਜਿਵੇਂ ਕਿ ਮੇਰੇ ਮਾਤਾ ਪਿਤਾ ਦਾ ਮੇਰੇ ਪ੍ਰਤੀ ਸਨੇਹ, ਮੇਰੀ ਪਤਨੀ ਦਾ ਮੇਰੇ ਨਾਲ ਪ੍ਰੇਮ, ਮੇਰੇ ਬੱਚਿਆਂ ਦਾ ਲਾਡ ਪਿਆਰ ਤੇ ਇੱਕ ਪਿਤਾ ਬਣਨ ਦੀ ਖੁਸ਼ੀ। ਮੇਰੀ ਖੁਸ਼ੀ ਦਾ ਅਗਲਾ ਕਾਰਨ ਇਹ ਹੈ ਕਿ ਮੈਂ ਕੰਮ ਕਰ ਸਕਦਾ ਹਾਂ, ਕਿਉਂਕਿ ਮੈਂ ਤੰਦਰੁਸਤ ਤੇ ਤਨ ਮਨ ਤੋਂ ਮਜ਼ਬੂਤ ਹਾਂ। ਮੈਂ ਕੋਈ ਵੀ ਚੰਗਾ ਕੰਮ ਸਿੱਖ ਕੇ ਆਪਣੀ ਆਮਦਨੀ ਨੂੰ ਵਧਾ ਸਕਦਾ ਹਾਂ, ਆਪਣੇ ਪਰਿਵਾਰ ਦੀਆਂ ਸਭ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹਾਂ ਤੇ ਖੁਸ਼ੀ-ਖੁਸ਼ੀ ਜ਼ਿੰਦਗੀ ਬਿਤਾ ਸਕਦਾ ਹਾਂ। ਮੈਂ ਖੁਸ਼ ਹਾਂ ਕਿਉਂਕਿ ਮੈਂ ਇੱਕ ਖੁਸ਼ਹਾਲ ਪਰਿਵਾਰ ਬਣਾ ਸਕਦਾ ਹਾਂ, ਬਿਨਾਂ ਖੁਦ ਦੀ ਆਪਣੇ ਭਰਾਵਾਂ ਤੇ ਹੋਰਾਂ ਲੋਕਾਂ ਦੇ ਨਾਲ ਤੁਲਨਾ ਕੀਤੇ। ਤੁਹਾਡੀ ਕਿਰਪਾ ਦੇ ਨਾਲ ਜੋ ਮੇਰੇ ਅੰਦਰ ਮਾਨਵਤਾ ਨੇ ਜਨਮ ਲਿਆ ਹੈ, ਉਸ ਦੀ ਸਹਾਇਤਾ ਦੇ ਨਾਲ ਮੈਂ ਆਪਣੀਆਂ ਸਾਰੀਆਂ ਬੁਰੀਆਂ ਆਦਤਾਂ ਨੂੰ ਛੱਡ ਕੇ ਇੱਕ ਖੁਸ਼ਹਾਲ ਤੇ ਆਨੰਦਿਤ ਜੀਵਨ ਜੀ ਸਕਦਾ ਹਾਂ। ਤੇ ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਮੈਂ ਮਹਾਨ ਗੌਤਮ ਬੁੱਧ ਦੇ ਚਰਨਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ ਤੇ ਤੁਹਾਡੀ ਕਿਰਪਾ ਦੇ ਨਾਲ ਜਦੋਂ ਤੱਕ ਮੈਂ ਇਸ ਸੰਸਾਰ ਦੇ ਵਿੱਚ ਰਹਾਂਗਾ, ਇਸ ਸੱਚ ਨੂੰ ਯਾਦ ਰੱਖਾਂਗਾ ਕਿ ਸਾਡੀਆਂ ਇੱਛਾਵਾਂ ਤੇ ਲਗਾਓ ਹੀ ਸਾਡੇ ਦੁੱਖਾਂ ਦਾ ਸਭ ਤੋਂ ਵੱਡਾ ਕਾਰਨ ਹੈ ਤੇ ਨਾਲ ਹੀ ਖੁਦ ਦੇ ਮਨ ਨੂੰ ਕਾਬੂ ਕਰਨ ਤੇ ਖੁਦ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਰਹਾਂਗਾ। ਬੁੱਧ ਨੇ ਕਿਹਾ ਕਿ ਅੱਜ ਤੇਰਾ ਇੱਕ ਨਵਾਂ ਜਨਮ ਹੋਇਆ ਹੈ, ਹੁਣ ਤੂੰ ਆਪਣੇ ਪਰਿਵਾਰ ਦੇ ਕੋਲ ਵਾਪਸ ਜਾ ਤੇ ਸਥਿਰ ਬੁੱਧੀ ਤੇ ਆਂਤਰਿਕ ਸ਼ਾਂਤੀ ਦੇ ਨਾਲ ਇਸ ਜ਼ਿੰਦਗੀ ਨੂੰ ਜੀ। ਤੇ ਅੱਜ ਤੋਂ ਜਦੋਂ ਵੀ ਤੈਨੂੰ ਤੇਰੀਆਂ ਪਰੇਸ਼ਾਨੀਆਂ ਤੋਂ ਪੈਦਾ ਹੋਇਆ ਦੁੱਖ ਘੇਰਨ ਦੀ ਕੋਸ਼ਿਸ਼ ਕਰੇ ਤਾਂ ਤੂੰ ਖੁਦ ਨੂੰ ਕਹੀਂ ਕਿ ਜ਼ਿੰਦਗੀ ਬਹੁਤ ਛੋਟੀ ਹੈ ਤੇ ਮੈਂ ਇਸ ਜੀਵਨ ਵਿੱਚ ਦੁੱਖ ਤੇ ਪਰੇਸ਼ਾਨੀਆਂ ਦਾ ਗੁਲਾਮ ਬਣਨ ਦੇ ਲਈ ਨਹੀਂ ਆਇਆ। ਤੇ ਸ਼ਾਂਤੀ ਦੇ ਨਾਲ ਬੈਠ ਕੇ ਆਪਣੇ ਉਸ ਦੁੱਖ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰੀ ਤੇ ਮਿਲਦੇ ਹੀ ਉਸ ਨੂੰ ਖਤਮ ਕਰ ਦੇਵੀਂ ਤੇ ਸਿਰਫ ਉਦੋਂ ਹੀ ਤੂੰ ਆਪਣੀ ਆਂਤਰਿਕ ਸ਼ਾਂਤੀ ਤੇ ਕਦੇ ਨਾ ਖਤਮ ਹੋਣ ਵਾਲੇ ਆਨੰਦ ਨੂੰ ਪ੍ਰਾਪਤ ਕਰ ਸਕੇਂਗਾ। ਸੋ ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀ ਤੁਹਾਡੇ ਦੁੱਖ ਪਰੇਸ਼ਾਨੀਆਂ ਦੇ ਕਾਰਨ ਪਤਾ ਲੱਗ ਗਏ ਹੋਣਗੇ। सो दोस्तों, इसी जन्म में ये 2 काम करो, एक नाम जपो, दूजा प्रेम करो, किसी जीव का दिल ना दुखाना कभी, मौत याद रखो, मालिक से डरो। सो दोस्तों, इत्थे ही ये कहानी खत्म होंदी है। तुहानू वीडियो किस तरह की लगी कमेंट करके जरूर दस्सिओ। जे चंगी लगी तां अगे शेयर भी जरूर करिओ। जल्दी मिलते हैं एक नवीं मोटिवेशनल वीडियो दे नाल। तद तक लई धन्नवाद।